ਪੰਜਾਬ ਦੀ ਕਿਸਾਨੀ ਤੋਂ, ਪੰਜਾਬ ਦੀ ਸਰਕਾਰ ਤੋਂ, ਪੰਜਾਬ ਦੀ ਕਿਸਾਨੀ ਦੇ ਲਿਹਾਜ਼ ਤੋਂ ਤੇ ਸਰਕਾਰ ਦੇ ਲਿਹਾਜ਼ ਤੋਂ ਖਬਰ ਕੋਈ ਬਹੁਤੀ ਚੰਗੀ ਨਹੀਂ ਹੈ। ਪਰ ਹਾਂ, ਚਿੰਤਾ ਕਰਨ ਵਾਲੀ ਜ਼ਰੂਰ ਹੈ, ਡਰਨ ਵਾਲੀ ਨਹੀਂ ਹੈ। ਪੰਜਾਬ ਦੀ ਬਾਸਮਤੀ ਵਿਦੇਸ਼ੀ ਮੁਲਕਾਂ ਨੇ ਕਹਿੰਦੇ ਵਾਪਸ ਮੋੜਤੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਚਿੰਤਾ ਕਰਨ ਦੀ ਲੋੜ ਹੈਗੀ ਆ, ਪਰ ਮਤਲਬ ਕਿ ਇਹਦਾ ਹੱਲ ਵੀ ਹੋਏਗਾ ਨਾ ਕੋਈ। ਹੋਣ ਦੀ ਲੋੜ ਨਹੀਂ ਜੀ। ਸੋ ਇਸ ਲਈ ਹਾਂ, ਬਿਲਕੁਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਚਿੰਤਾ ਕਰਨ ਦੀ ਲੋੜ ਹੈ। ਉਹ ਇਸ ਚਿੰਤਾ ਚੋਂ ਮੈਨੂੰ ਇੱਕ ਆਸ ਜਾਗੀ ਹੈ, ਜਿਹੜੀ ਇਹ ਖਬਰ ਆਈ ਨਾ ਕਿ ਜੀ ਹਾਂ ਵਿਦੇਸ਼ੀ ਮੁਲਕਾਂ ਨੇ ਪੰਜਾਬ ਦੀ ਬਾਸਮਤੀ ਵਾਪਸ ਮੋੜ ਦਿੱਤੀ, ਤੇ ਉਹ ਤੋਂ ਬਾਅਦ ਕੇਂਦਰ ਨੇ ਪੰਜਾਬ ਸਰਕਾਰ ਨੂੰ ਸੁਨੇਹਾ ਦਿੱਤਾ ਔਰ ਪੰਜਾਬ ਸਰਕਾਰ ਨੇ 10 ਤਰ੍ਹਾਂ ਦੇ ਕੀਟਨਾਸ਼ਕ ਨੇ ਜਿਹੜੇ ਬੈਨ ਕਰਤੇ ਬਾਸਮਤੀ ਤੇ ਛਿੜਕਣ ਦੇ। ਠੀਕ ਹੈ। ਤੇ ਮੈਨੂੰ ਇਹ ਤੋਂ ਆਸ ਜਾਗੀ ਹੈ ਕਿ ਕੱਲੀ ਬਾਸਮਤੀ ਕਿਉਂ, ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਇਹਨਾਂ ਕੀਟਨਾਸ਼ਕਾਂ ਤੋਂ ਮੁਕਤ ਨਹੀਂ ਹੋ ਸਕਦੀਆਂ। ਜਿਹੜੀ ਬਾਸਮਤੀ ਅਸੀਂ ਵਿਦੇਸ਼ 'ਚ ਭੇਜ ਰਹੇ ਹਾਂ, ਹੋ ਸਕਦਾ ਉਹ 'ਚ ਤਾਂ ਫਿਰ ਤੱਤ ਘੱਟ ਹੋਣ, ਫਿਰ ਇਹ ਸੋਚ ਕੇ ਹੋਈ ਕਿ ਥੋੜੀ ਜਿਹੀ ਚੋ, ਪਰ ਜਿਹੜੇ ਅਸੀਂ ਆਪਣੇ ਘਰਾਂ 'ਚ ਖਾ ਰਹੇ ਹਾਂ, ਹਾਂਜੀ ਹਾਂਜੀ ਬਿਲਕੁਲ ਸਹੀ ਹੈ, ਸਬਜ਼ੀਆਂ, ਜਿਹੜੇ ਫਲ, ਜਿਹੜੀਆਂ ਚੀਜ਼ਾਂ, ਉਹ ਸਾਰੀਆਂ ਕਿੰਨੀਆਂ ਜ਼ਹਿਰੀ ਹੋ ਗਈਆਂ ਸਿਰਫ ਉਤਪਾਦਨ ਵਧਾਉਣ ਦੇ ਚੱਕਰ ਦੇ ਵਿੱਚ। ਜੇਕਰ ਸਰਕਾਰਾਂ ਸਹੀ ਮੁੱਲ ਦੇ ਦੇਣ ਫਸਲ ਦਾ ਔਰ ਕਹਿਣ ਕਿ ਸਗਾਂ ਤੇ ਤੁਸੀਂ ਬਿਨਾਂ ਕੀਟਨਾਸ਼ਕ ਉਤਪਾਦਨ ਕਰੋ, ਅਸੀਂ ਤੁਹਾਨੂੰ ਹੋਰ ਮੁੱਲ ਚੰਗਾ ਦੇਵਾਂਗੇ, ਤਾਂ ਕਿਹਦਾ ਜੀ ਕਰਦਾ ਜ਼ਹਿਰਾਂ ਛਿੜਕਣ ਨੂੰ ਜੀ। ਬਿਲਕੁਲ ਸਹੀ ਹੈ। ਇਸ ਮਸਲੇ ਹਾਂ, ਹੁਣ ਜਿਹੜੀ ਖਬਰ ਹੈ ਉਹ ਖਬਰ ਇਹ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਅੰਦਰ ਬਾਸਮਤੀ ਉੱਤੇ 10 ਤਰ੍ਹਾਂ ਦੇ ਕੀਟਨਾਸ਼ਕ ਛਿੜਕਣ ਤੇ ਰੋਕ ਲਾਤੀ। ਉਹ ਰੋਕ ਜਿਹੜੀ ਲਾਈ ਹੈ ਉਹ ਅੱਜ, ਜੇਕਰ ਮੈਂ ਭਾਰਤੀ ਸਮੇਂ ਅਨੁਸਾਰ ਦੇਖਾਂ ਤਾਂ ਅੱਜ ਸਵੇਰ ਤੋਂ ਸ਼ੁਰੂ ਹੋ ਗਈ। 1 ਅਗਸਤ ਤੋਂ ਇਹ ਰੋਕ ਸ਼ੁਰੂ ਹੋ ਗਈ ਹੈ ਜੀ। 10 ਤਰ੍ਹਾਂ ਦੇ ਕੀਟਨਾਸ਼ਕ ਨੇ, ਜਿਨ੍ਹਾਂ ਦੇ ਵਿੱਚ ਐਸਫੇਟ ਹੈ, ਕਲੋਰਾਪਾਈਰੋਫੋਸ ਹੈ, ਗੁਫਨੋਫੇਜ਼ਨ ਹੈ, ਹੈਕਸਾਕੋਨੋਜੋਲ ਹੈ। ਇਹੋ ਜਿਹੀਆਂ 10 ਕੀਟਨਾਸ਼ਕ ਦਵਾਈਆਂ ਨੇ। ਇਹ ਇਕੱਲੇ ਛਿੜਕਾ ਤੇ ਬੈਨ ਨਹੀਂ ਲੱਗਿਆ ਪ੍ਰਵੀਨ ਜੀ, ਇਹਦੀ ਵਰਤੋਂ ਤੇ ਵੀ, ਇਹਨੂੰ ਸਟੋਰ ਕਰਨ ਤੇ ਵੀ, ਇਹਨੂੰ ਵੇਚਣ ਤੇ ਵੀ, ਤੇ ਇਹਨੂੰ ਬਣਾਉਣ ਤੇ ਵੀ ਰੋਕ ਲੱਗੀ ਹੈ। ਠੀਕ ਹੈ। ਇਹ ਹੁਣ ਕਾਰਨ ਕੀ ਹੈ? ਕਾਰਨ ਇਹ ਹੈ ਕਿ ਤੋਂ ਵੱਡੀ ਤਾਦਾਦ ਦੇ ਵਿੱਚ, ਵੱਡੇ ਕੰਟੇਨਰਾਂ ਦੇ ਵਿੱਚ ਚੌਲ ਹੈ, ਖਾਸ ਕਰਕੇ ਜਿਹੜੀ ਬਾਸਮਤੀ ਹੈ ਉਹ ਵਿਦੇਸ਼ਾਂ ਨੂੰ ਜਾਂਦੀ ਹੈ, ਖਾਸ ਕਰਕੇ ਖਾੜੀ ਮੁਲਕ ਔਰ ਯੂਰਪੀਅਨ ਮੁਲਕਾਂ ਨੂੰ ਜਾਂਦੀ ਹੈ। ਬਿਲਕੁਲ ਸਹੀ ਹੈ। ਉਸ ਬਾਸਮਤੀ ਦੇ ਵਿੱਚੋਂ ਜਿਹੜਾ ਪੰਜਾਬ ਦਾ ਹਿੱਸਾ ਜਾਂਦਾ ਸੀ, ਜਿਹੜੀ ਪੰਜਾਬ ਦੀ ਬਾਸਮਤੀ ਜਾਂਦੀ ਸੀ, ਉਹਦੇ ਵਿੱਚ 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ ਨਹੀਂ, ਕਈ ਵਾਰ ਮਤਲਬ ਕਿ ਰੱਦ ਕਰਨਾ ਪਿਆ। ਬਾਰ-ਬਾਰ ਇਹ ਰੋਕ ਲਾਉਣੀ ਪਈ ਕਿ ਨਹੀਂ ਜੀ, ਇਹ ਪਾਸ ਨਹੀਂ ਆ ਸਾਡੇ ਨਿਯਮਾਂ ਅਨੁਸਾਰ। ਉਹਦੇ ਵਿੱਚ ਜ਼ਹਿਰੀ ਤੱਤ, ਉਹਦੇ ਵਿੱਚ ਕੀਟਨਾਸ਼ਕ ਤੱਤ, ਉਹਦੇ ਵਿੱਚ ਮਨੁੱਖੀ ਸਰੀਰ ਤੇ ਅਸਰ ਕਰਨ ਵਾਲੇ ਤੱਤ ਵੱਡੀ ਮਾਤਰਾ 'ਚ ਪਾਏ ਜਾ ਰਹੇ ਸੀ ਜੀ। ਸੋ ਕਈ ਵਾਰ ਰੋਕਣ ਤੋਂ ਬਾਅਦ ਫਿਰ ਉਹਨਾਂ ਨੇ ਪੱਕੇ ਤੌਰ ਤੇ ਹੁਣ ਪੰਜਾਬ ਤੋਂ ਗਏ ਹੋਏ ਬਾਸਮਤੀ ਚੌਲਾਂ ਦਾ ਜਿਹੜਾ ਕੰਸਾਈਨਮੈਂਟ ਸੀ, ਉਹਨੂੰ ਰੱਦ ਕਰਕੇ ਵਾਪਸ ਭੇਜਤਾ। ਸੋ ਪਹਿਲਾਂ 1-2 ਵਾਰ ਤਾਂ ਸਿਰਫ ਉਹਨਾਂ ਨੇ ਕਿਹਾ ਕਿ ਜੀ ਨਹੀਂ ਜੀ, ਇਹ ਸਹੀ ਨਹੀਂ ਗਾ, ਇਹ ਪਾਸ ਨਹੀਂ ਗੀ ਜੀ, ਹੈ ਨਾ। ਹੁਣ ਉਹ ਆਖਰ ਅੱਕ ਕੇ ਉਹ ਕਹਿੰਦੇ ਅਸੀਂ ਪੰਜਾਬ ਵਾਲੀ ਖਰੀਦਣੀ ਹੋਣੀ ਜੀ। ਇਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਰਾਬਤਾ ਕੀਤਾ, ਤਾੜਨਾ ਕੀਤੀ, ਝਾੜ ਝੰਪ ਕੀਤੀ ਜਾਂ ਪੁੱਛਿਆ, ਪਰ ਜਵਾਬ ਤਾਂ ਕੇਂਦਰ ਵੀ ਦਵੇ ਉਹਨਾਂ ਹੀ ਕਿ ਭਾਈ ਤੁਸੀਂ ਜੇਕਰ ਕਿਸਾਨੀ ਫਸਲਾਂ ਦਾ ਮੁੱਲ ਪੱਕਾ ਦਿਓ, ਬਦਲਵੀਂ ਫਸਲਾਂ ਵੱਲ ਜਾਓ, ਤੁਸੀਂ ਕਹੋ ਕਿ ਕੀਟਨਾਸ਼ਕ ਮੁਕਤ ਲਿਆਓ ਤੇ ਅਸੀਂ ਉਹਦਾ ਮੁੱਲ ਪਾਵਾਂਗੇ, ਤਾਂ ਹੁਣ ਝਾੜ ਵਧਾਉਣ ਦੇ ਹਵਾਲੇ ਨਾਲ ਆ ਨਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅਗਲਾ ਕਹੇ ਕਿ ਜਿੰਨਾ ਹੋਊਗਾ 1 ਏਕੜ 'ਚੋਂ ਭਾਈ ਇੰਨੀ ਫਿਕਸ ਤੁਹਾਨੂੰ ਮਿਲੂਗੀ। ਸਵਾਲ ਐਮਐਸਪੀ ਤੇ ਵੀ ਨਹੀਂ ਆ ਹੁਣ। ਆਪਾਂ ਸ਼ਾਇਦ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ ਕਿ ਜੇ ਐਮਐਸਪੀ ਮਿਲਣ ਵੀ ਲੱਗ ਜਾਵੇ ਪੂਰੀ, 1 ਏਕੜ ਵਾਲਾ, 2 ਏਕੜ ਵਾਲਾ, 3 ਏਕੜ ਵਾਲਾ, 5 ਏਕੜ ਤੱਕ ਵਾਲਾ ਐਮਐਸਪੀ ਦੇ ਉੱਤੇ ਵੀ ਪੂਰੇ ਸਾਲ ਦਾ ਗੁਜ਼ਾਰਾ ਕਿਵੇਂ ਕਰ ਲੂਗਾ ਜੀ? ਨਹੀਂ ਕਰ ਸਕਦਾ। ਬਿਲਕੁਲ ਸਹੀ। ਸਾਨੂੰ ਫਿਕਸ ਆਮਦਨ ਵੱਲ ਵਧਣਾ ਪੈਣਾ। ਕਿਸਾਨਾਂ ਨੂੰ ਇੱਕ ਪੱਕੀ ਆਮਦਨ, 1 ਕਿੱਲੇ ਪਿੱਛੇ ਔਸਤਨ ਇੰਨੀ ਬਣਦੀ ਹੈ ਜੀ, ਜਾਂ ਘਰ ਚਲਾਉਣ ਦੇ ਹਿਸਾਬ ਨਾਲ ਹਰ ਮਹੀਨੇ ਘੱਟੋ ਘੱਟ ਇੰਨੀ ਬਣਦੀ ਹੈ ਜੀ, ਉਹਦੇ ਪਰ ਆਉਣਾ ਪਊਗਾ। ਇਸ ਪਹਿਲੂ ਦੇ ਉੱਤੇ ਫਿਰ ਜਦੋਂ ਹੁਣ ਖਾੜੀ ਮੁਲਕਾਂ ਨੇ, ਯੂਰਪੀਅਨ ਮੁਲਕਾਂ ਨੇ ਪੰਜਾਬ ਦੀ ਬਾਸਮਤੀ ਨਾ ਕਰਤੀ ਖਰੀਦਣੋਂ, ਠੀਕ ਹੈ, ਫਿਰ ਸਰਕਾਰਾਂ ਇੰਨੀਆਂ ਕੁ ਜਾਗੀਆਂ ਨੇ, ਹੁਣ ਕਹਿੰਦੇ ਜੀ ਅਸੀਂ 10 ਤਰ੍ਹਾਂ ਦੇ ਕੀਟਨਾਸ਼ਕ ਨੇ ਜਿਹੜੇ ਸਿੱਧੇ ਸਰੀਰ ਦੇ ਲਈ, ਮਨੁੱਖ ਦੇ ਲਈ ਜਾਂ ਬਾਹਰਲੇ ਮੁਲਕਾਂ ਦੇ ਪੈਮਾਨੇ ਦੇ ਹਿਸਾਬ ਨਾਲ ਖਤਰਨਾਕ ਤੱਤ 'ਚ ਪਾਏ ਗਏ ਨੇ, ਉਹਨਾਂ ਦੇ ਛਿੜਕਾਅ ਤੇ ਬੈਨ ਲੱਗ ਗਿਆ। ਤੇ ਬੈਨ ਲੱਗਣ ਤੋਂ ਬਾਅਦ ਹੁਣ ਸਾਡੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੁਝ ਹੋਰ ਸੁਝਾਅ ਦਿੱਤੇ ਨੇ, ਕਿਉਂਕਿ ਕਹਿੰਦੇ ਜੀ ਫਿਰ ਉਤਪਾਦਨ ਨਹੀਂ ਸਹੀ ਹੋਣਾ। ਧਰਤੀ ਇੰਨੀ ਜ਼ਹਿਰੀ ਹੋ ਗਈ ਕਿ ਉਹ ਤੋਂ ਬਿਨਾਂ ਉਗਾਊਗੀ ਉਹ ਨਹੀਂ। ਬੰਦਾ ਕੋਈ ਇੱਕ ਦਵਾਈ ਖਾਣ ਲੱਗ ਜਾਵੇ ਨਾ ਕਿ ਹਾਂਜੀ ਆ 50 mm ਹੈ ਜੀ, ਆ 25 mm ਹੈ ਜੀ, ਤੇ ਉਹ ਲਗਾਤਾਰ ਖਾਈ ਜਾਵੇ, ਗੋਲੀ ਅਸਰ ਛੱਡ ਦਿੰਦੀ ਹੈ ਜੀ। ਡਾਕਟਰ ਕਹਿੰਦੇ ਹੁਣ ਡੋਜ਼ ਵਧਾ ਦਿਓ ਜੀ ਇਹਦੀ, ਹੈ ਨਾ, ਡਬਲ ਕਰ ਦਿਓ ਜਾਂ, ਹੈ ਨਾ। ਸੋ ਉਸੇ ਤਰ੍ਹਾਂ ਹੁਣ ਧਰਤੀ 'ਚ ਅਸੀਂ ਇੰਨਾ ਜ਼ਹਿਰ ਛਿੜਕ ਚੁੱਕੇ ਹਾਂ ਕਿ ਜੇਕਰ ਉਹ ਤੋਂ ਬਿਨਾਂ ਪੈਦਾ ਕਰਦੇ, ਕਹਿੰਦੇ ਜੀ ਉਤਪਾਦਨ ਹੀ ਨਹੀਂ ਹੁੰਦਾ। ਇਸ ਲਈ ਉਹਨੂੰ ਨਾਰਮਲ ਹੋਣ ਨੂੰ 3 ਸਾਲ ਘੱਟੋ ਘੱਟ ਚਾਹੀਦੇ ਹੁੰਦੇ ਆ। ਫਿਰ ਤੇ
ਪਰ ਉਹ ਤੋਂ ਹੁਣ ਜਿਹੜੀ ਸਾਡੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਆ, ਉਹ ਕਹਿੰਦੀ ਜੀ ਅਸੀਂ ਕੁਝ ਹੋਰ ਦਵਾਈਆਂ ਜਿਹੜੀਆਂ ਇਹੋ ਜਿਹੇ ਤੱਤ ਜਿਨ੍ਹਾਂ 'ਚ ਨਹੀਂ ਹੈਗੇ, ਜਾਂ ਉਹ ਸਰੀਰ ਦੇ ਲਈ ਖਤਰਨਾਕ ਨਹੀਂ ਹੈਗੇ, ਸਿਰਫ ਕੀਟਾਣੂਆਂ ਦੇ ਲਈ ਜਾਂ ਜਿਹੜੀ ਮਾਰ ਪੈਂਦੀ ਆ ਉਹਨੂੰ ਕੀੜਾ ਲੱਗਦਾ ਕੁਝ ਉਹਨਾਂ ਦੇ ਲਈ ਉਹ ਹੋਣਗੇ। ਸੋ ਇਹੋ ਜਿਹੇ ਤੱਤਾਂ ਦੀ ਦਵਾਈਆਂ ਵਾਲੀਆਂ ਅਸੀਂ ਸੁਝਾਅ ਦਿੱਤੇ ਨੇ ਕਿਸਾਨਾਂ ਨੂੰ। ਉਹ ਸੁਝਾਅ ਹੈ ਕਿ ਉਹ ਛਿੜਕਣ, ਇਹ ਨਾ ਛਿੜਕਣ ਜੇਕਰ ਬਾਸਮਤੀ ਬਾਹਰਲੇ ਮੁਲਕਾਂ 'ਚ ਭੇਜਣੀ ਆ। ਸੋ ਜੇਕਰ, ਪਰ ਇਹ ਤਾਂ ਕਿਸਾਨ ਨੂੰ ਤਾਂ ਫਾਇਦਾ ਨਹੀਂ ਹੁੰਦਾ ਨਾ ਬਾਹਰ ਵੇਚੀ ਦਾ, ਕੰਪਨੀਆਂ ਜਾਂ ਉਹ ਲੈਂਦੀਆਂ ਨੇ ਜੀ, ਕਿਸਾਨ ਨੂੰ ਤਾਂ ਇੱਕੋ ਭਾਅ 'ਚ ਚੱਕਿਆ ਜਾਂਦਾ ਨਾ ਮਾਲ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਫਿਰ ਵੀ ਉਹਨਾਂ ਨੇ ਇਹ ਸੁਝਾਅ ਦਿੱਤਾ ਜੀ, ਹੁਣ ਦੇਖਦੇ ਆ ਇਹਦੇ ਪਰ ਕਿੰਨਾ ਖਰਾ ਉਤਰਦਾ। ਪੰਜਾਬ 'ਚ ਨਕਲੀ ਬੀਜ ਵੀ ਵਿਕਦੇ ਰਹੇ, ਨਕਲੀ ਦਵਾਈਆਂ ਵੀ ਵਿਕਦੀਆਂ ਰਹੀਆਂ। ਸੋ ਹੁਣ ਆਹ ਜਿਹੜੀਆਂ ਦਵਾਈਆਂ ਬੈਨ ਹੋਈਆਂ, ਕੀ ਇਹ ਬਾਜ਼ਾਰ 'ਚ ਨਹੀਂ ਆਉਣਗੀਆਂ, ਕੀ ਇਹ ਕਿਸਾਨਾਂ ਤੱਕ ਨਹੀਂ ਪਹੁੰਚਣਗੀਆਂ, ਜਾਂ ਇਹ ਤੋਂ ਅੱਗੇ ਵੀ ਹੁਣ ਪੰਜਾਬ ਦੇ ਖੁਦ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਕੀ ਇਸ ਮਸਲੇ ਸੋਚਣਗੀਆਂ ਕਿ ਅਸੀਂ ਭਾਈ ਪਹਿਲਾਂ ਜਿਵੇਂ ਆਪਣੇ ਘਰਾਂ ਨੂੰ ਪਹਿਲ 'ਚ ਧਿਆਨ 'ਚ ਰੱਖ ਕੇ ਉਗਾਉਂਦੇ ਸੀ, ਕਿ ਉਸ ਉਗਾਉਣ ਵੱਲ ਮੁੜਨਾ ਪੈਣਾ, ਕਿ ਘੱਟੋ ਘੱਟ ਇਕੱਲੇ ਬਾਸਮਤੀ ਕਿਉਂ, ਪੰਜਾਬ ਦੇ ਖੇਤ 'ਚ ਉਗਣ ਵਾਲੀ ਹਰ ਫਸਲ ਕੀ ਕੀਟਨਾਸ਼ਕ ਮੁਕਤ ਨਹੀਂ ਹੋਣੀ ਚਾਹੀਦੀ। ਇਹਦੇ ਪਰ ਕੋਈ ਮੰਥਨ ਸ਼ੁਰੂ ਹੋਊਗਾ, ਇਹ ਵੀ ਉਮੀਦ ਜਾਗਦੀ ਹੈ ਜੀ। ਦੇਖੋ ਬਈ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਕਿਸਾਨੀ ਦੇ ਵਿੱਚ ਉਹਨਾਂ ਦੀ ਆਮਦਨ ਯਕੀਨੀ ਬਣਾਉਣ ਵਾਸਤੇ ਤੇ ਫਸਲਾਂ ਦੀ ਗੁਣਵੱਤਾ ਲੈਣ ਵਾਸਤੇ ਤੁਹਾਨੂੰ ਵੱਡੇ ਪੱਧਰ ਤੇ ਸਮੁੱਚਤਾ ਦੇ ਵਿੱਚ ਕਦਮ ਜਿਹੜੇ ਉਹ ਚੁੱਕਣੇ ਪੈਣਗੇ। ਪਰ ਇਹ ਕਦਮ ਚੁੱਕਣ ਲਈ ਤਾਂ ਇੱਕ ਕੰਸਟਰਕਟਿਵ ਏਜੰਡਾ ਚਾਹੀਦਾ ਸ਼ਰਮਾ ਜੀ। ਨਹੀਂ, ਉਹ ਏਜੰਡਾ ਹੈ ਨਹੀਂ, ਚਾਹੀਦੀ ਹੈ, ਨੀਤੀ ਚਾਹੀਦੀ ਹੈ। ਜਦੋਂ ਤੁਹਾਡੀ ਨੀਅਤ ਹੀ ਕਿਸਾਨ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਨ ਦੀ ਹੈ, ਤੁਸੀਂ ਗੁਣਵੱਤਾ ਇਹੀ ਜੀ ਨੀਤੀ ਕਿਉਂ ਬਣਾਉਂਗੇ? ਤੁਸੀਂ ਐਸੀ ਨੀਤੀ ਥੋੜਾ ਬਣਾਓਗੇ ਜਿਹੜੀ ਕਿਸਾਨ ਨੂੰ ਆਕਸੀਕੇਟ ਕਰੇ, ਜਿਹੜੀ ਉਹਨੂੰ ਸਾਹ ਦੇਵੇ, ਜਿਹੜੀ ਉਹਨੂੰ ਇਸ ਮੰਝ ਧਾਰ ਦੇ ਵਿੱਚੋਂ ਕੱਢੇ। ਸੋ ਚਾਹੁੰਦੇ ਹੋ ਕਿਸਾਨੀ ਖੇਤੀ ਛੱਡ ਕੇ ਲਾਂਭੇ ਹੋ ਜਾਣ ਖੇਤੀ? ਜੀ ਬਿਲਕੁਲ ਬਿਲਕੁਲ। ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜੀ ਖੇਤੀ ਹੈ ਥੋੜੇ ਜਿਹੇ ਹੱਥਾਂ ਦੇ ਵਿੱਚ ਹੋਵੇ ਤੇ ਫਿਰ ਇਹਨੂੰ ਉਹ ਆਪਣੇ ਢੰਗ ਤਰੀਕੇ ਦੇ ਨਾਲ ਉਹ ਲੋਕ ਕਰਨ, ਕਾਰਪੋਰੇਟ ਆਪਣੇ ਤਰੀਕੇ ਦੇ ਨਾਲ ਖੇਤੀ ਨੂੰ ਕਰਨ।